ਏਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਤੇਰੇ ਕਵਨ ਕਵਨ ਗੁਣ ਕਹਿ ਕਹੇ ਗਾਵਾ, ਤੂੰ ਸਾਹਿਬ ਗੁਣੀ ਨਿਧਾਨਾ। ਤੁਮਰੀ ਮਹਿਮਾ ਵਰਨ ਨਾ ਸਾਕੋ, ਤੂੰ ਠਾਕੁਰ ਊਚ ਭਗਵਾਨਾ। ਸਤਿਨਾਮ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਚੌਥਾ। ਹਰ ਤੀਜੜੀ ਲਾ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਹਰ ਤੀਜੜੀ ਲਾ ਮਨ ਚਾਉ ਭਇਆ, ਬੈਰਾਗੀਆ ਬਲਰਾਮ ਜੀਓ। ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀਆ ਬਲਰਾਮ ਜੀਓ। ਨਿਰਮਲ ਹਰ ਪਾਇਆ ਹਰ ਗੁਣ ਗਾਇਆ, ਮੁਖ ਬੋਲੀ ਹਰ ਬਾਣੀ। ਸੰਤ ਜਨਾ ਵੱਡ ਭਾਗੀ ਪਾਇਆ, ਹਰ ਕਥਿਐ ਅਕਥ ਕਹਾਣੀ। ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰਿ ਉਪਜੈ ਮਨ ਬੈਰਾਗ ਜੀਓ। ਹਿਰਦੈ ਹਰ 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 ਧੁਨ ਉਪਜੀ, ਹਰ ਜਪੀਐ ਮਸਤਕ ਭਾਗ ਜੀਓ। ਜਨ ਨਾਨਕ ਬੋਲੇ ਤੀਜੀ ਲਾਵੈ, ਹਰਿ ਉਪਜੈ ਮਨ ਬੈਰਾਗ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ। ਧੰਨ ਧੰਨ ਗੁਰੂ ਗ੍ਰੰਥ ਸਾਹਿਬ ਜੀ। ਗੁਰੂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼। ਸ਼ਾਮ ਸਮੇਂ ਸਤਸੰਗਤ ਦਾ ਸਮਾਂ ਅਸੀਂ ਮਾਣ ਪਾ ਰਹੇ ਹਾਂ। ਭਾਵੇਂ ਕਿ ਸਾਡੇ ਦੀਵਾਨ ਵਰਚੁਅਲ ਹੁੰਦੇ ਨੇ, ਘਰਾਂ ਥਾਵਾਂ ਤੋਂ ਆਪ ਟੈਲੀਵਿਜ਼ਨ ਰਾਹੀਂ ਜਾਂ ਹੋਰ ਮੀਡੀਆ ਸੋਰਸਿਸ ਰਾਹੀਂ ਗੁਰੂ ਸ਼ਬਦ ਦੀ ਆਭਾ ਨੂੰ ਮਾਣ ਪਾ ਰਹੇ ਹੋ। ਫਿਰ ਵੀ ਵਡਭਾਗਤਾ ਹੈ, ਐਟਲੀਸਟ ਇਸ ਸਮੇਂ ਦੇ ਵਿੱਚ ਅਸੀਂ ਕੁਝ ਗੁਰੂ ਉਪਦੇਸ਼ ਬਾਰੇ ਕਹਿ ਪਾ ਰਹੇ ਹਾਂ, ਸੁਣ ਪਾ ਰਹੇ ਹਾਂ। ਜੋ ਲੜੀਵਾਰ ਗੁਰਬਾਣੀ ਵਿਆਖਿਆਨ ਇਸ ਵਿੱਚ ਸੂਹੀ ਰਾਗ ਦੇ ਛੰਤਾਂ ਦੀ ਵਿਚਾਰ ਚੱਲਦੀ ਹੈ। ਗੁਰੂ ਰਾਮਦਾਸ ਸਾਹਿਬ ਦੁਆਰਾ ਉਚਰਿਤ ਕੀਤੀ ਗਈ ਲਾਵਾਂ ਦੀ ਬਾਣੀ, ਜਿਹਨੂੰ ਅਸੀਂ ਸਰਮਾ ਯਾਦ ਕਰਦੇ ਹਾਂ। ਵਿਵਾਹ ਸੰਸਕਾਰ ਦੀ ਜਿਸ ਮੁੱਖ ਰਚਨਾ, ਜਿਸ ਨੂੰ ਗਾ ਕੇ ਵਿਵਾਹ ਸੰਸਕਾਰ ਸੰਪੰਨ ਹੁੰਦਾ ਆ, ਉਹ ਇਹ ਪਾਠ ਹੈ, ਉਹ ਇਹ ਬਾਣੀ ਹੈ। ਚਾਰ ਪਦੇ ਨੇ ਦੇ, ਚਾਰ ਹੀ ਉਹਦੇ ਅੰਦਰ ਫੇਰੇ ਹੁੰਦੇ ਨੇ। ਦੋ ਪਦਿਆਂ ਦੀ ਵਿਆਖਿਆ ਅਸੀਂ ਕਰਨ ਦਾ ਪ੍ਰਯਾਸ ਕੀਤਾ ਪਿੱਛੇ। ਅੱਜ 3 ਨੰਬਰ ਪਦੇ ਦਾ ਪਾਠ ਆਪਨੇ ਸਰਵਨ ਕੀਤਾ ਹੈ। ਜਿਵੇਂ ਕਿ ਪਹਿਲਾ ਪਦਾ ਸੀਗਾ ਪ੍ਰਵਿਰਤੀ ਕਰਮ ਦ੍ਰਿੜਾਇਆ,
ਮਤਲਬ ਗ੍ਰਸਤ ਜੀਵਨ ਦੇ ਰਾਹ ਨੂੰ ਪ੍ਰਵੇਸ਼ ਪਾਉਣ ਦੀ ਗੱਲ ਹੋ ਰਹੀ ਸੀ। ਦੂਸਰੇ ਦੇ ਵਿੱਚ ਜੋ ਦੋ ਇੰਡੀਵਿਜੂਅਲਸ ਨੇ ਜਾਣਾ ਹੈਗਾ, ਐਜ਼ ਅ ਹਿਊਮਨ ਅਸੀਂ ਇਸ ਸੋਲ ਨੂੰ ਉਸ ਸੁਪਰੀਮ ਸੋਲ ਦੇ ਨਾਲ ਮਰਜ ਕਰਾਉਣਾ ਆ, ਉਹਦੇ ਨਾਲ ਸਾਡੀ ਐਸੋਸੀਏਸ਼ਨ ਹੋਣੀ ਹੈ। ਉਹਦੇ ਜਿਹੜੀ ਸਾਡੀ ਆਪਣੀ ਇੰਟਰਨਲ ਬੈਟਰਮੈਂਟ ਚਾਹੀਦੀ ਹੈ, ਬਿਲਕੁਲ ਰਿਲੇਸ਼ਨਸ਼ਿਪ ਨੂੰ ਇੰਜੋਏ ਕਰਨ ਵਾਸਤੇ ਧਰਤੀ 'ਤੇ ਵੀ ਉਹੀ ਚਾਹੀਦੀ ਹੈ। ਸੋ ਉਹਦੇ ਵਿੱਚ ਅਹੰਕਾਰ ਦੀ ਇਹ ਖਾਸ ਕਰਕੇ ਬਾਤ ਹੋਈ, ਆਪਣੇ ਆਪ ਨੂੰ ਅਹੰਗ ਬਿਰਤੀ ਤੋਂ ਜਿਹੜਾ ਇਗੋਟਿਸਟ ਐਟੀਟਿਊਡ ਆ, ਮਤਲਬ ਸਾਡੀ ਮੋਸਟਲੀ ਇਗੋ ਸੈਂਟਰਡ ਅਪਰੋਚ ਹੁੰਦੀ ਸਾਰੇ ਹਰ ਪੱਖ 'ਤੇ, ਮੈਂ ਅਤੇ ਮੇਰੀ ਸੈਲਫ, ਬਸ ਮੇਰੀ ਗੱਲ ਸੁਣੀ ਜਾਏ, ਮੈਂ ਹੀ ਮੈਂ ਹੋਵਾਂ। ਦੂਸਰੇ ਨੂੰ ਜੀਵਨ ਵਿੱਚ ਥਾਂ ਦੇਣੀ, ਦੂਸਰੇ ਦੇ ਪ੍ਰਤੀ ਸੋਚਣਾ, ਦੂਸਰੇ ਦੇ ਓਪੀਨੀਅਨ ਨੂੰ ਰਿਸਪੈਕਟ ਕਰਨੀ, ਦੂਸਰੇ ਦਾ ਉਹਦੀ ਰਾਏ ਦੀ ਕਦਰ ਕਰਨੀ, ਇਹ ਸਭ ਚੀਜ਼ਾਂ ਜਿਹੜੀਆਂ ਨੇ ਦੂਸਰੀ ਲਾਮ ਦੇ ਪਾਠ ਦੇ ਵਿੱਚੋਂ ਆ ਰਹੀਆਂ ਸੀ। ਜਿਸ ਨੇ ਲੀਡ ਕਰਨਾ ਆ ਉਹ ਕੋਈ ਇੰਡੀਵਿਜੂਅਲ ਨਹੀਂ ਗਾ, ਉਹ ਸਕੂਲ ਆਫ ਥਾਟ ਹੈ, ਉਹ ਵਿਚਾਰਧਾਰਾ ਆ, ਜਿਹਨੂੰ ਮੈਂ ਉਸ ਦਿਨ ਬੇਨਤੀ ਕੀਤੀ ਸੀ ਕਿ 2 people are getting married with the marriage to the married institution। ਜਿਹੜਾ ਮੈਰਿਜ ਇੰਸਟੀਟਿਊਸ਼ਨ ਆ ਨਾ, ਉਹਦੇ ਨਾਲ ਵਿਵਾਹ ਹੋ ਰਿਹਾ, ਅਤੇ ਉਸ ਇੰਸਟੀਟਿਊਸ਼ਨ ਦੀ ਕੁਝ ਆਪਣੀ ਮਰਿਆਦਾ ਆ, ਉਹਦੇ ਵਿੱਚ ਜਿਹੜੀਆਂ ਕੁਝ ਤਵੱਕੋ ਨੇ ਉਹਦੀਆਂ, ਉਹਨਾਂ ਨੂੰ ਫੁੱਲਫਿਲ ਕਰਨਾ ਹੈ। ਸੋ ਉਸ ਪੜਾਅ ਦੀ ਅਸੀਂ ਜਿਹੜੀ ਬਾਤ ਪਾਈ, ਅੱਜ ਅਸੀਂ ਫਿਰ ਤੀਸਰੀ ਲਾਮ ਦੀ ਪਾਠ ਕਰ ਰਹੇ ਹਾਂ, ਉਹਦੀ ਬਾਤ ਹੋ ਰਹੀ ਹੈ। ਇਸ ਦਾ ਬਿਲਕੁਲ ਪਹਿਲੀ ਸਤਰ ਨਾਲ ਲੈ ਲੈਣਾ ਤਾਂ ਕਿ ਵਿਚਾਰ ਕਰਨੇ ਪ੍ਰਾਰੰਭ ਕਰੀਏ। ਦਿੱਤੇ ਸਭ ਕਹਿੰਦੇ ਹਰ ਤੀਜੜੀ ਲਾਮ, ਜੇ ਇਸ ਜੀਵਨ ਨੂੰ ਉਸ ਪਰਮ ਜੀਵਨ ਤੱਕ ਲੈ ਕੇ ਜਾਣਾ, ਜੋ ਤੀਸਰਾ ਪੜਾਅ ਆ, ਹਰ ਤੀਜੜੀ ਲਾਮ ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ। ਮਨ ਚਾਉ ਪਿਆ ਬੈਰਾਗੀਆ। ਵਿਆਹ ਤੇ ਆਪਣੇ ਆਪ ਵਿੱਚ ਹੀ ਬੜੇ ਚਾਅ ਦਾ ਮਤਲਬ ਸਿੰਬਲ ਆ, ਬੜੇ ਵੱਡੇ ਖੁਸ਼ੀ ਦਾ ਨਾਂ ਹੀ ਵਿਆਹ ਹੁੰਦਾ ਆ, ਖੁਸ਼ਨੁਮਾ ਅਹਿਸਾਸਾਂ ਨਾਲ ਭਰਿਆ ਹੋਇਆ, ਜੋ ਕਿ ਇਹਨੂੰ ਵਧਾਈ ਦਾ ਕਾਰਜ ਕਿਹਾ ਜਾਂਦਾ ਹੈ। ਪਰਿਵਾਰ ਇਜ਼ਾਫਾ ਹੁੰਦਾ, ਵੱਧਦਾ ਹੈ, ਇੱਕ ਨਵਾਂ ਮੈਂਬਰ ਜੀਵਨ ਵਿੱਚ ਆਉਂਦਾ, ਨਵਾਂ ਮੈਂਬਰ ਪਰਿਵਾਰ ਵਿੱਚ ਆਉਂਦਾ ਆ, ਦੋ ਪਰਿਵਾਰ ਰਲ ਕੇ ਇੱਕ ਹੁੰਦੇ ਨੇ। ਪੁਰਾਣੇ ਸਮੇਂ ਲੋਕੀ ਖਾਸ ਕਰਕੇ ਰਾਜੇ ਰਜਵਾੜੇ ਜਿਹੜੇ ਹੁੰਦੇ ਸੀਗੇ, ਆਪਣੇ ਸਮਰਾਜ ਦੀ ਆਪਣੀ ਜਿਹੜੀ ਉਹਨਾਂ ਦੀ ਐਮਪਾਇਰਸ ਹੁੰਦੀਆਂ ਸੀਗੀਆਂ, ਆਪਣੀਆਂ ਜਿਹੜੀਆਂ ਉਹਨਾਂ ਦੀਆਂ ਇਲਾਕੇ ਟੈਰੀਟਰੀਜ਼ ਹੁੰਦੀਆਂ ਸੀਗੀਆਂ, ਉਹਨਾਂ ਦੀਆਂ ਬਾਉਂਡਰੀਜ਼ ਵਧਾਉਣ ਵਾਸਤੇ ਇੱਕ ਦੂਸਰੇ ਦੇ ਕਿਰਾਏ ਵਿਖੇ ਬੱਚੇ ਬੱਚੀਆਂ ਦੇ ਵਿਆਹ ਕਰਦੇ ਸੀ। ਸੋ ਇੱਕ ਖੁਸ਼ੀ ਦਾ ਕਾਰਜ, ਮਤਲਬ ਇਹਦੇ ਨਾਲ ਤੁਹਾਡਾ ਕੁੜਮਾ ਵੱਧਦਾ ਆ, ਤੁਹਾਡੀ ਕੁੜਮਾਚਾਰੀ ਵੱਧਦੀ ਹੈ, ਤੁਹਾਡੇ ਪਰਿਵਾਰਾਂ ਦਾ ਸੰਗ ਵੱਧਦਾ ਆ। ਇਹ ਸਭ ਇਸ ਰੂਪ ਵਿੱਚ ਚਾਅ ਤੇ ਆਪਣੇ ਆਪ ਵਿੱਚ ਹੀ ਬਹੁਤ ਆ। ਪਰ ਕਈ ਵਾਰ ਇਸ ਸਾਰੇ ਚਾਅ ਨੂੰ ਅਸੀਂ ਦੇਖਦੇ ਹਾਂ ਕਿਤੇ ਅੰਦਰਲੀ ਦੁਨੀਆ 'ਚ ਗ੍ਰਹਿਣ ਲੱਗਦਾ, ਘੁਣ ਲੱਗਦਾ ਹੈ। ਇਹ ਕੀ ਹੈ? ਇਸ ਨੂੰ ਇਸ ਤਰ੍ਹਾਂ ਜਾਣੋ, ਜਿਹੜੀ ਮੈਂ ਬਾਤ ਕੀਤੀ ਅੰਦਰਲੀ ਦੁਨੀਆ ਦੇ ਵਿੱਚ, ਸਪੋਜ਼ 2 families are very excited, they are becoming ਕੁੜਮ, ਉਹਨਾਂ ਦੀ ਐਕਸਟੈਂਡਡ ਫੈਮਲੀਜ਼ ਜਿਹੜੀ ਨੇ ਉਹ ਬੜੀਆਂ ਖੁਸ਼ ਹੋ ਰਹੀਆਂ ਨੇ, ਬੱਚੇ ਬੱਚੀ ਦਾ ਵਿਆਹ ਹੋ ਰਿਹਾ, ਸਾਰਾ ਕੁਝ। ਪਰ ਐਂਡ ਆਫ ਦਾ ਡੇ ਜਿਹੜੇ 2 ਇੰਡੀਵਿਜੂਅਲਸ ਨੇ, ਜੇ ਉਹਨਾਂ ਦੀ ਆਪਸ ਵਿੱਚ ਬਣ ਨਾ ਆਈ ਤੇ ਸਾਰਿਆਂ ਦੇ ਚਾਅ ਉਹ ਧਰੇ ਧਰਾਏ ਰਹਿ ਜਾਣਗੇ। ਤੇ ਉਹ ਜਿਹੜੇ ਉਹਨਾਂ ਦੇ ਬਣਨ ਦੀ ਬਾਤ ਆ, ਉਹ ਇੱਕ ਦੂਜੇ ਨੂੰ ਜਿੰਨੀ ਮਰਜ਼ੀ ਸਪੋਰਟ ਕਰਨ ਦੀ ਟਰਾਈ ਕਰਨ, ਐਫਰਟ ਪਾਉਣ ਦੀ ਟਰਾਈ ਕਰਨ, ਇਕੱਲਾ ਇਹਦੇ ਨਾਲ ਰਿਸ਼ਤਾ ਨਹੀਂ ਨਿਭਦਾ। ਰਿਸ਼ਤੇ ਨੂੰ ਨਿਭਾਉਣ ਵਾਸਤੇ ਮਾਫੀ ਚਾਹਾਂਗਾ, ਹਾਂ ਮੈਂ ਵਿੱਚ ਛੋਟੀ ਜਿਹੀ ਬਾਤ ਪਾ ਦੇ, ਕਿਉਂਕਿ ਬੈਰਾਗ ਦੀ ਵਿਆਖਿਆ ਮੈਂ ਕਰ ਰਿਹਾ ਦੀ ਇਸ ਰੂਪ ਵਿੱਚ ਥੋੜ੍ਹੀ ਜਿਹੀ। People who get divorced, people who actually choose to quit the married life after adopting it, ਤੁਸੀਂ ਕੀ ਸਮਝਦੇ ਹੋ ਜਾਂ ਅਸੀਂ ਕੀ ਸਮਝਦੇ ਹਾਂ ਕਿ ਇਹ ਉਹ ਲੋਕ, ਉਹਨਾਂ ਨੂੰ ਅਕਲ ਨਹੀਂ ਹੈ, ਸਿਆਣਪ ਨਹੀਂ ਹੈ, ਸੋਝੀ ਨਹੀਂ ਹੈ, ਬੜੇ ਬੜੇ ਚੰਗੇ ਪੜ੍ਹੇ ਲਿਖੇ ਐਜੂਕੇਟਡ ਪ੍ਰੋਫੈਸ਼ਨਲ, ਬੜੇ ਕਾਰੋਬਾਰੀ, ਸਭ ਇਹੋ ਜਿਹੇ ਲੋਕ ਤੁਹਾਨੂੰ ਮਿਲ ਜਾਣਗੇ। ਹੋਇਆ ਕੀ ਫਿਰ ਸਾਰੇ ਦੇ ਵਿੱਚ? ਇਹਦੇ 'ਚ ਜਿਹੜੀ ਮੁੱਖ ਰੂਪ ਵਿੱਚ ਗੱਲ ਆ ਉਹ ਹੈ ਕਿ ਜਿਵੇਂ ਕੋਈ ਫਸਲ ਪਾਲੀ ਦੀ ਹੈ, ਅਤੇ ਫਸਲ ਪਾਲ ਕੇ ਤੁਸੀਂ ਉਸ ਕਿਸੇ ਮਤਲਬ ਪਲਾਂਟ ਕਰਦੇ ਹੋ, ਫਿਰ ਉਹਨੂੰ
ਉਹਦੀ ਪ੍ਰੋਪਰ ਕਲਟੀਵੇਸ਼ਨ ਕਰਦੇ ਹੋ, ਫਿਰ ਉਸਨੂੰ ਇੱਕ ਲੈਵਲ 'ਤੇ ਉਹਦੀ ਹਾਰਵੈਸਟਿੰਗ ਹੁੰਦੀ, ਉਹਨੂੰ ਤੁਸੀਂ ਉਹਦੇ ਫਰੂਟ ਨੂੰ ਇੰਜੋਏ ਕਰਦੇ ਹੋ ਉਸ ਲੈਵਲ 'ਤੇ, ਉਹ ਲਾਸਟ ਐਂਡ ਹੁੰਦਾ ਆ। ਉੱਥੋਂ ਤੱਕ ਬੜੀ ਮੁਸ਼ੱਕਤ ਕਰਕੇ ਲਿਜਾਣੀ ਪੈਂਦੀ ਹੈ। ਕਈ ਵਾਰ ਬੰਦਾ ਚਾਹੁੰਦਾ ਵੀ ਇਹ ਮੁਸ਼ੱਕਤ ਕਰਨੀ ਸਭ, ਪਰ ਜਿਹੜੇ ਸਰਕਮਸਟੈਂਸਸ ਨੇ, ਹਾਲਾਤ ਨੇ, ਆਲਾ ਦੁਆਲਾ ਆ, ਉਹ ਸੂਟੇਬਲ ਨਹੀਂ ਬੈਠਦਾ ਸਾਰੇ ਵਾਸਤੇ। ਇਸੇ ਲਈ ਸੰਜੋਗ ਦੀ ਗੱਲ ਵਾਰ-ਵਾਰ ਕੀਤੀ ਜਾਂਦੀ ਹੈ। ਸੰਜੋਗ ਮੇਨ ਹੀ ਸਰਕਮਸਟੈਂਸਸ ਹੁੰਦੇ ਨੇ। ਇਹੋ ਜਿਹਾ ਮੌਕਾ, ਇਹੋ ਜਿਹੇ ਹਾਲਾਤ ਬਣਨੇ। ਤੇ ਸੰਜੋਗ ਸਿਰਫ ਇਹ ਨਹੀਂ ਹੁੰਦਾ ਕਿ ਦੋ ਇੰਡੀਵਿਜੂਅਲ ਨੂੰ ਤੁਸੀਂ ਇੱਕ ਜਗ੍ਹਾ 'ਤੇ ਇਕੱਠਿਆਂ ਕਰਤਾ ਤੇ ਸੰਜੋਗ ਬਣ ਗਏ। ਜਿਵੇਂ ਸਪੋਜ਼ ਕਰੋ, ਕਈ ਵਾਰ ਲੋਕ ਬੜੇ ਰੈਸ਼ਨਲਿਸਟ ਹੋਏ ਗੱਲ ਕਰਦੇ ਕਿ ਭਾਈ ਸਾਹਿਬ ਅਸੀਂ ਤਾਂ ਬਾਣੀ 'ਚ ਬਚਨ ਪੜ੍ਹਦੇ ਹਾਂ ਕਿ ਨਾਨਕ ਸਤਿਗੁਰ ਤਿਨਾ ਮਿਲਾਇਆ ਜਿਨ੍ਹਾਂ ਧੁਰੇ ਪਿਆ ਸੰਜੋਗ। ਜਿਨ੍ਹਾਂ ਨੂੰ ਧੁਰ ਤੋਂ ਸੰਜੋਗ ਲਿਖਿਆ ਹੁੰਦਾ, ਰੱਬ ਨੇ ਜੋੜੀ ਬਣਾਈ ਹੁੰਦੀ ਹੈ, ਤੇ ਉਹ ਫਿਰ ਇੱਥੇ ਆ ਕੇ ਜਿਹੜਾ ਹੈਗਾ ਮੈਚ ਇੱਕ ਦੂਜੇ ਨੂੰ ਅਵੇਲ ਹੋ ਜਾਂਦੇ ਨੇ ਉਸ ਰੂਪ ਦੇ ਵਿੱਚ। ਤੇ ਕਹਿੰਦੇ ਕਿ ਪੁਰਾਣੇ ਸਮੇਂ ਅਸੀਂ ਦੇਖਦੇ ਹੁੰਦੇ ਸੀਗੇ ਕਿ ਪੰਜਾਬ ਦੀ ਫਿਜ਼ਾਂ ਦੇ ਵਿੱਚ ਬੜੀ ਜਾਤ, ਬਰਾਦਰੀ, ਇਲਾਕਾ, ਸਭ ਕੁਝ ਵੇਖ ਚਾਖ ਕੇ ਸੰਜੋਗ ਬਣਦੇ ਸੀਗੇ। ਜਿਸ ਕਲਚਰ 'ਚ ਅੱਜ ਆ ਗਏ ਆ, ਇੱਥੇ ਤੇ ਕਈ ਤਰ੍ਹਾਂ ਦੇ ਸੰਜੋਗ ਵੇਖਦੇ ਹਾਂ ਅਸੀਂ। ਇਹਦੇ ਕੀ ਕਾਰਨ ਬਣ ਗਏ ਨੇ? ਇਹ ਕੋਈ ਵਹੀ ਬਦਲ ਗਈ ਹੈ? ਰੈਸ਼ਨਲਿਸਟ ਲੋਕ ਇਸ ਕਿਸਮ ਦੇ ਨਾਲ ਤਰਕ ਵੀ ਕਰਦੇ ਸਾਡੇ ਨਾਲ। ਜਾਂ ਕਈ ਵਾਰ ਇਹ ਵੀ ਕਿਹਾ ਜਾਂਦਾ ਕਿ ਇੱਥੇ ਕਈ ਵਾਰ ਦੇਖਿਆ ਇਹਨਾਂ ਕਲਚਰ ਦੇ ਵਿੱਚ ਲੋਕਾਂ ਦੇ 2-2, 3-3 ਵਿਆਹ ਵੀ ਹੋ ਜਾਂਦੇ। ਇੱਕ ਨਹੀਂ ਨਿਭਿਆ, ਦੂਜਾ ਨਹੀਂ ਨਿਭਿਆ, ਤੀਸਰਾ ਹੋ ਗਿਆ। ਮਤਲਬ ਇਹੀ ਸੰਜੋਗ ਲਿਖੇ ਇਸ ਰੂਪ ਦੇ ਵਿੱਚ। ਭਾਈ ਸੰਜੋਗ ਦਾ ਮਾਇਨਾ ਸਮਝੋ ਸਰਕਮਸਟੈਂਸਸ, ਹਾਲਾਤਾਂ ਦੇ ਮੁਤਾਬਕ ਚੀਜ਼ਾਂ ਬੈਠਦੀਆਂ ਨੇ ਸਾਰੀਆਂ ਸਾਰੀਆਂ। ਇਹ ਪੋਸੀਬਿਲਿਟੀ ਹੈ ਜਿਸ ਕਲਚਰ 'ਚ ਅਸੀਂ ਰਹਿ ਰਹੇ ਹਾਂ। ਬੱਚੇ ਬੱਚੀਆਂ ਜਿਸ ਸਕੂਲ ਵਿੱਚ ਪੜ੍ਹਦੇ ਨੇ, ਹਾਰਮੋਨਸ ਜ਼ੋਰ ਪਾ ਰਹੇ ਨੇ ਅੰਦਰ, ਉਹਦੇ ਅੰਦਰ ਲਾਈਕਿੰਗਸ ਤੇ ਡਿਸਲਾਈਕਿੰਗਸ ਹੋਣੀਆਂ ਸ਼ੁਰੂ ਹੋ ਜਾਣਗੀਆਂ। ਜਿਹੋ ਜਿਹੇ ਇਨਵਾਇਰਮੈਂਟ 'ਚ ਕੰਮਕਾਰ ਕਰਦੇ ਨੇ, ਇਹਦੇ ਵਿੱਚ ਹੋਏਗਾ। ਇਹ ਪੋਸੀਬਿਲਿਟੀ ਹੈ। ਤੇ ਇਸ ਸਾਰੇ ਦੇ ਸਿਨੈਰੀਓ ਦੇ ਵਿੱਚ ਦੇਖਿਆ, ਮਾਫੀ ਮੰਗਾਂਗਾ ਮੈਂ, ਸਾਡੇ ਇੱਥੇ ਕਿਉਂਕਿ ਬਹੁਤ ਛੋਟਾ ਨੰਬਰ ਹੈ ਕਮਿਊਨਿਟੀ ਦਾ ਜੇ ਦੇਖਿਆ ਜਾਏ ਤੇ ਮਿਨੋਰਿਟੀ ਦੇ ਵਿੱਚ ਹੋਣ ਕਰਕੇ, ਤੇ ਖਾਸ ਕਰਕੇ ਵਿਜ਼ੀਬਲ ਮਿਨੋਰਿਟੀ 'ਚ ਹੋਣ ਕਰਕੇ ਸਾਨੂੰ ਕਈ ਵਾਰੀ ਬਹੁਤ ਚੀਜ਼ਾਂ ਤਕਲੀਫ ਦਿੰਦੀਆਂ ਨੇ, ਪੇਨ ਫੀਲ ਹੁੰਦੀ ਹੈ ਜਦੋਂ ਬੱਚੇ ਬੱਚੀਆਂ ਜਿਹੜੀਆਂ ਸਾਡੀਆਂ ਰੇਸ਼ੀਅਲ ਲਾਈਨਸ ਨੇ, ਇਹਨਾਂ ਨੂੰ ਕ੍ਰਾਸ ਕਰਕੇ ਵਿਆਹ ਕਰਾਉਂਦੇ ਨੇ। ਇੰਟਰਫੇਥ ਮੈਰਿਜਸ ਹੁੰਦੀਆਂ ਨੇ। ਜਦੋਂ ਇਹੋ ਜਿਹੀਆਂ ਚੀਜ਼ਾਂ ਸਾਹਮਣੇ ਆਉਂਦੀਆਂ ਨੇ, ਫਿਰ ਬਹੁਤ ਵਾਹ ਵੀ ਖੜਾ ਹੁੰਦਾ ਆ। ਈਵਨ ਇੱਥੇ ਵੀ ਪਿੱਛੇ ਕਾਫੀ ਚਰਚਾ ਰਿਹਾ ਇਹਦਾ, ਇੰਗਲੈਂਡ ਦੇ ਵਿੱਚ ਤੇ ਬਕਾਇਦਾ ਤੌਰ 'ਤੇ ਇੰਟਰਨੈਸ਼ਨਲ ਨਿਊਜ਼ ਬਣੀ। ਗੁਰਦੁਆਰਾ ਸਾਹਿਬ ਦੇ ਬਾਹਰ ਵੱਡਾ ਸੰਗਤਾਂ ਦਾ ਹਜੂਮ ਇਕੱਠਾ ਹੋ ਗਿਆ, ਮਤਲਬ ਲੋਕ ਇਕੱਠੇ ਹੋ ਗਏ, ਤੇ ਫਿਰ ਬਹੁਤ ਕੁਛ ਹੋਇਆ ਇਸ ਤਰੀਕੇ ਨਾਲ। ਆਪ ਨੂੰ ਸਭ ਅਹਿਸਾਸ ਹੋਏਗਾ ਸਾਰੇ ਬਾਬਤ। ਇਸ ਸਾਰੇ ਦੇ ਉੱਤੇ ਇੱਕ ਡਿਫਰੈਂਟ ਡਿਬੇਟ ਕੀਤੀ ਜਾ ਸਕਦੀ ਹੈ ਜੇ ਅਸੀਂ ਓਪਨ ਮਾਈਂਡਡ ਹੋਈਏ, ਗੁਰਮਤਿ ਆਸ਼ੇ ਮੁਤਾਬਕ ਸਮਝਣ ਦੀ ਬਾਤ ਸਾਡੇ ਜ਼ਹਿਨ ਵਿੱਚ ਹੋਏ। ਤੇ ਪਰ ਮੈਂ ਜਿਹੜੀ ਬੇਨਤੀ ਕਰ ਰਿਹਾ ਸਿਰਫ ਉਹਦੇ 'ਤੇ ਸਟਿਕ ਕਰਾਂਗਾ। ਸੰਜੋਗ ਨੇ ਸਰਕਮਸਟੈਂਸਸ, ਜਿਹੋ ਜਿਹੇ ਹਾਲਾਤ, ਜਿਹੋ ਜਿਹਾ ਆਲਾ ਦੁਆਲਾ, ਜਿਹੋ ਜਿਹਾ ਐਨਵਾਇਰਮੈਂਟ ਸਾਡੇ ਆਲੇ ਦੁਆਲੇ ਹੋਏਗਾ, ਉਹਦੇ ਵਿੱਚੋਂ ਸਾਡੀਆਂ ਲਾਈਕਿੰਗਸ, ਡਿਸਲਾਈਕਿੰਗਸ, ਚੋਇਸਿਸ, ਇਹ ਸਭ ਬਣਦੀਆਂ ਲੱਗੀਆਂ ਜਾਣਗੀਆਂ। ਫਿਰ ਇਹਦੇ 'ਚ ਵੀ ਹੈ, ਇਕੱਲਾ ਅਸੀਂ ਹਾਲਾਤ ਇਹ ਨਹੀਂ ਕਹਿੰਦੇ ਕਿ ਮਦਰ ਨੇਚਰ ਸਾਨੂੰ ਬਲੈਸ ਕਰਦੀ ਹੈ। ਅਸੀਂ ਆਪਣੇ ਹਾਲਾਤਾਂ ਦੇ ਵਿੱਚ ਇਨਵੈਸਟ ਵੀ ਕਰਦੇ ਹਾਂ। ਅਸੀਂ ਉਹਨਾਂ ਨੂੰ ਇੱਕ ਤਰ੍ਹਾਂ ਦੇ ਨਾਲ ਕਲਟੀਵੇਟ ਵੀ ਕਰਦੇ ਹਾਂ। ਇਹ ਵੀ ਜ਼ਰੂਰੀ ਹੈ। ਇਹ ਸਭ ਮਤਲਬ ਇਸ ਤਰੀਕੇ ਨਾਲ, ਤੇ ਗੁਰਬਾਣੀ ਨੇ ਵਾਰ-ਵਾਰ ਕਿਹਾ ਆ, ਐਫਰਟ ਕਰਨਾ ਤੇਰਾ ਕਰਮ ਹੈ, ਇਸ ਰੂਪ ਵਿੱਚ ਕਰੀ। ਹੁਣ ਜਿਹੜੀ ਬਾਤ ਆ ਰਹੀ ਹੈ, ਹਰ ਤੀਜੜੀ ਲਾਓ ਮਨ ਚਾਓ ਪਿਆ। ਇੱਥੇ ਚਾਓ ਸਿਰਫ ਵਿਆਹ ਦਾ ਨਹੀਂ, ਵਿਆਹ ਦਾ ਮਤਲਬ ਹੈ ਰਾਗ। ਪ੍ਰੇਮ ਦੀਆਂ 3 ਕੰਡੀਸ਼ਨਸ ਨੇ, ਰਾਗ, ਬੈਰਾਗ ਤੇ ਅਨੁਰਾਗ। ਰਾਗ ਕਹਿੰਦੇ ਨੇ ਮਲਾਪ ਨੂੰ। ਜੇ ਤੁਸੀਂ ਬੈਰਾਗ ਵਰਡ ਇਟਸੈਲਫ, ਇਫ ਯੂ ਟਰਾਈ ਟੂ ਗੂਗਲ ਇਟ, Google is going to tell you bairag mean detachment or renunciation. ਬਾਬਾ ਜੀ ਤੁਸੀਂ ਤਾਂ ਸਾਨੂੰ ਪ੍ਰਵਿਰਤੀ ਹੋਣ ਦੀ ਬਾਤ ਕਰ ਰਹੇ ਹੋ, ਫਿਰ ਤੁਸੀਂ ਬੈਰਾਗੀ ਕਿਉਂ ਕਰ ਰਹੇ ਹੋ ਸਾਨੂੰ?
सानू बैराग क्यों सिखा रहे हो? तो फिर ये बैराग मन चाओ भया बैरागी आ, ओदी बात हो रही है। इत्थे चाह दे नाल गल हो रही है। बैराग के कई रूप बाणी च तुहानूं मिल जाणगे। एक रूप वो भी मिलेगा, मन बैराग भया दर्शन देखने का चाओ। वो बैराग रुदन वाली हालत आ। वो बैराग दस रहा है, दाता जिस दीदार वास्ते, जिस मैं मंजिले मकसूद नूं प्राप्त करने वास्ते, जिस डेस्टिनी नूं अटेन करने वास्ते जीवन लिया ना, दाता प्लीज उन्होंने पॉसीबल बना। ਉਹਦੇ 'ਚ ਜ਼ਿਕਰ ਕੀਤਾ ਗਿਆ, ਤਿੱਚਰ ਵਸੈ ਸਹੇਲੜੀ ਜਿੱਚਰ ਸਾਥੀ ਨਾਲ, ਜਾਂ ਸਾਥੀ ਉੱਠੀ ਚੱਲਿਆ ਤਾਂ ਤਨ ਖਾਕੂ ਰਾਲ। ਉਹ ਮੇਰੀ ਰੂਹ ਪਰਮ ਰੂਹ ਨਾਲ ਮਿਲਾਪ ਕਰ ਲੈ ਛੇਤੀ, ਨਹੀਂ ਤੇ ਤੇਰੀ ਕੋਈ ਵੁਕਤ ਨਹੀਂ ਰਹਿ ਜਾਣੀ। ਆ ਜਿਹੜਾ ਸਰੀਰ ਆ, ਇਸ ਨੂੰ ਵਾਰ-ਵਾਰ ਕਿਹਾ ਜਾਂਦਾ, ਇਹ ਸਰੀਰ ਆ ਮੇਰੇ ਇਸ ਜਗ ਮੈਂ ਆਏ ਕਿ ਕਿਆ ਤੁਧ ਕਰਮ ਕਰਾਇਆ, ਕਿਆ ਤੁਧ ਕਰਮ ਕਮਾਇਆ, ਤੂੰ ਕੀ ਕਰਮ ਕਮਾਇਆ ਆ ਤੇਰਾ? ਜਿਨ ਹਰ ਤੇਰਾ ਰਚਨ ਰਚਿਆ ਸੋ ਹਰ ਮਨ ਨਾ ਵਸਾਇਆ। ਜਿਹਨੇ ਤੇਰੀ ਰਚਨਾ ਰਚੀ, ਜਿਹਦੇ ਨਾਲ ਸਾਂਝ ਕਰਨ ਵਾਸਤੇ, ਪ੍ਰਵਰਣ ਕਰਨ ਵਾਸਤੇ ਤੂੰ ਆਇਆ ਸੀਗਾ, ਤੂੰ ਉਹਦੇ ਨਾਲ ਹੀ ਸਾਂਝ ਨਾ ਪਾਈ। ਸੋ ਇਸ ਵਾਸਤੇ ਬੈਰਾਗ ਹੈ, ਰੁਦਨ ਹੈ। ਇਹ ਬੈਰਾਗ ਉਹੀ ਹੈ ਜਿਹਨੂੰ ਅਸੀਂ ਕਈ ਵਾਰੀ ਕਹਿੰਦੇ ਹਾਂ ਬੱਚਾ ਬੈਰਾਗ ਗਿਆ ਜੀ, ਉਧਰ ਗਿਆ। ਇਹ ਰੁਦਨ ਕਰ ਰਿਹਾ ਹੈਗਾ। ਇੱਕ ਤੇ ਬੈਰਾਗ ਇਹ ਬੈਰਾਗ ਹੈ ਜਿਸ ਨੂੰ ਅਸੀਂ ਇਸ ਰੂਪ ਵਿੱਚ ਲੈਂਦੇ ਹਾਂ। ਬੜਾ ਮਤਲਬ ਬੰਦੇ ਦੇ ਅੰਦਰ ਅਦਰੇਵਾ ਹੈ ਕਿਸੇ ਚੀਜ਼ ਦਾ, ਕਿਸੇ ਚੀਜ਼ ਦੀ ਇੱਛਾ ਆ, ਇਸ ਕਿਸਮ ਦੀ ਬਾਤ ਆ ਰਹੀ ਹੈ। ਇੱਕ ਤੇ ਬੈਰਾਗ ਦਾ ਇਹ ਰੂਪ ਆ। ਇੱਕ ਬੈਰਾਗ ਇਹ ਹੈ, ਮਨ ਕਿਉਂ ਬੈਰਾਗ ਕਰੇਗਾ ਸਤਿਗੁਰ ਮੇਰਾ ਪੂਰਾ। ਕਿਸੇ ਕਿਸਮ ਦਾ ਦੁੱਖ ਕਰਨ ਦੀ ਲੋੜ ਨਹੀਂ ਹੈ, ਗੁਰੂ ਪੂਰਾ ਆ ਤੇਰਾ। ਇਹਦਾ ਮਤਲਬ ਇੱਕ ਡਿਫਰੈਂਟ ਐਂਗਲ ਤੋਂ ਇਸ ਚੀਜ਼ ਨੂੰ ਬਿਆਨ ਕੀਤਾ ਗਿਆ। ਇੱਕ ਤੀਸਰਾ ਬੈਰਾਗ ਜਿਹੜੀ ਆਹ ਗੱਲ ਹੋ ਰਹੀ ਹੈ, ਇਹ ਹੈ ਆਪਣੇ ਆਪੇ ਤੋਂ ਉੱਪਰ ਉੱਠਣਾ। ਮੈਂ ਕਿਹਾ ਰਾਗ ਹੈ, ਰਾਗ ਤੋਂ ਬਾਅਦ ਬੈਰਾਗ ਹੈ। ਰਾਗ ਜੀਵਨ ਵਿੱਚ ਦੂਜਿਆਂ ਦੇ ਨਾਲ ਸਮਾਹਿਤ ਹੋਣਾ, ਮਿਲਣਾ ਗਿਲਣਾ, ਸਾਂਝਾਂ ਪਾਉਣੀਆਂ। ਟੂ ਇੰਡੀਵਿਜੂਅਲਸ get married in the presence of Sangat in front of Guru Granth Sahib Maharaj. So that is Rag is happening. ਮਲਾਪ ਹੋ ਰਿਹਾ। ਵਿਵਾਦ ਦੇ ਬੰਧਨ ਵਿੱਚ ਦੋ ਸ਼ਖਸ ਵੱਜ ਰਹੇ ਨੇ ਸਰੂਪ ਦੇ ਵਿੱਚ, ਪਰ ਇਸ ਸ਼ਖਸ ਨੂੰ, ਉਹਨਾਂ ਦੋਨਾਂ ਨੂੰ ਇਹ ਸਮਝਾਇਆ ਜਾ ਰਿਹਾ ਹੈ, ਇਕੱਲੇ ਸਮਲਾਪ ਤੇ ਫੋਕਸ ਨਾ ਰੱਖਿਆ ਜੇ, ਤੁਸੀਂ ਬੈਰਾਗ ਵਿੱਚ ਜਾਣਾ ਆ। ਹੁਣ ਉਹ ਬੈਰਾਗ ਕਿੱਥੋਂ ਸ਼ੁਰੂ ਹੋਏਗਾ? Let me tell you very clear, as I have experienced as a counselor in the society, most of the time couple concentrates their concentration around each other and become completely unaware about the duties of extended families, duties of friend circles, duties of social circles. And you know what happened? Whenever they need any help, any support, they can get that help or support through the bridges of extended families, bridges of friend circles, bridges of social circles. If they don't care those bridges in time, how can they get that help when they need it? ਇਸ ਲਈ ਜਿਨ੍ਹਾਂ ਰਿਸ਼ਤਿਆਂ ਦੀ, ਜਿਨ੍ਹਾਂ ਉਹ ਸਾਰੇ ਸੰਬੰਧਾਂ ਦੀ ਸੰਭਾਲ ਹੀ ਨਹੀਂ ਕੀਤੀ, ਜਦੋਂ ਲੋੜ ਪਈ ਹੋਣਾ ਹੀ ਨਹੀਂ ਉੱਥੇ। ਕਈ ਵਾਰ ਜੋ ਹੈ ਕਿਹਾ ਜਾਂਦਾ ਹੈ ਕਿ ਦੋ ਜੀ ਆਪਸ ਵਿੱਚ ਰਾਜ਼ੀ ਨੇ ਤੇ ਬਸ ਠੀਕ ਹੈ, ਚੱਲੀ ਜਾ ਰਿਹਾ ਬੜਾ ਵਧੀਆ। ਪਰ ਇਹ ਰਜ਼ਾਮੰਦੀ ਜਿਹੜੀ ਹੈ ਜੀਵਨ ਆ। ਮੈਂ ਬੇਨਤੀ ਕੀਤੀ ਪਿਛਲੇ ਪਦੇ 'ਚ ਈਗੋ ਦੀ ਗੱਲ ਕੀਤੀ ਹੈ। ਇਤਨਾ ਡੀਪ ਲੈਵਲ ਤੇ ਬੰਦੇ ਦੇ ਅੰਦਰ ਪਿਆ ਹੋਇਆ ਇਹ ਇੱਕ ਵਿਹਾਰ ਆ, ਬਿਹੇਵੀਅਰ ਆ, ਜਿਹਨੂੰ ਗੁਰੂ ਸਾਹਿਬ ਨੇ ਕਿਹਾ ਸੀਗਾ ਕਿ ਹਉਮੈ ਦੀਰਘ ਰੋਗ ਹੈ। ਇਹਦੇ ਨਾਲ ਤੇ ਸਾਰੇ ਬਿਮਾਰਾਂ ਸੀ। ਤੇ ਇਹ ਐਸੀ ਅਲਾਮਤ ਆ ਜਿਹਨੂੰ ਚਾਹ ਕੇ ਵੀ ਮਨੁੱਖ ਆਪਣੇ ਤੋਂ ਜੁਦਾ ਨਹੀਂ ਕਰ ਸਕਦਾ। ਜਦੋਂ ਤੱਕ ਬੰਦੇ ਦੀ ਹੋਂਦ ਹੈ ਧਰਤੀ ਦੇ ਵਿੱਚ, ਧਰਤੀ ਦੇ ਉੱਤੇ, ਉਨੀ ਦੇਰ ਤੱਕ ਇਹਦੇ 'ਚ ਅਹੰਗ ਰਹੇਗਾ, ਇਹਦੇ 'ਚ ਇਹ ਚੀਜ਼ ਰਹੇਗੀ। ਇਹਨੂੰ ਗੁਰੂ ਸਾਹਿਬ ਨੇ ਇਸ ਤਰ੍ਹਾਂ ਵੀ ਬਿਆਨ ਕੀਤਾ, ਦ੍ਰਿਸ਼ਟ ਰੋਗ ਪਚ ਮੋਏ ਪਤੰਗਾ, ਨਾਦ ਰੋਗ ਖਪ ਗਏ ਕੁਰੰਗਾ, ਕਾਮ ਰੋਗ ਬੈਗਲ ਬਸਲੀਨਾ, ਹਉਮੈ ਰੋਗ ਮਨੁੱਖ ਕੋ ਦੀਨਾ। ਮਨੁੱਖ ਦੇ ਹਿੱਸੇ 'ਚ ਰੋਗ ਆਇਆ ਪੱਕਾ, ਕੋਈ ਐਕਸੈਪਸ਼ਨਲ ਨਹੀਂ ਹੈਗਾ ਇੱਥੇ। ਸੋ ਇਸ ਕਰਕੇ ਦੋ ਜੀ ਰਾਜੀ ਤੇ ਹੈਗੇ ਨੇ, ਪਰ ਅੱਜ ਨਹੀਂ ਤੇ ਕੱਲ
हो सकता है कोई मूड ही स्विंग करके आया, किसी तरीके नाल बात हो गई तो एक दूसरे तो खटास पैदा हो गई, एक दूजे दे नाल किसी किस्म के नाल मन मुटाव हो गया, कोई चीज़ हो गई, सिर्फ सिंपल लैवल पर बात करा तो उस तो बाद जिवें ये चीज़ हुई हुण आले दुआले तो सपोर्ट चाहिए है, आले दुआले तो कुछ इहो जिहियां आवाज़ां चाहिदियां ने ਜਿਹੜੀਆਂ ਇਹੋ ਜੀ ਜੋ ਕਿਤੇ ਵਿੱਚ ਥੋੜੀ ਬਹੁਤੀ ਬਿਟਰਨੈਸ ਕ੍ਰੀਏਟ ਹੋ ਰਹੀ ਹੈ ਉਸ ਨੂੰ ਵਾਈਪ ਆਊਟ ਕਰ ਸਕਣ, ਉਹਨੂੰ ਸਾਫ਼ ਕਰ ਸਕਣ। ਜਦੋਂ ਹੈ ਹੀ ਨਹੀਂ, ਸਾਂਝ ਹੀ ਨਹੀਂ ਹੈ, ਨਾ ਕਿਸੇ ਐਕਸਟੈਂਡਡ ਫੈਮਲੀਜ਼ ਦੇ ਨਾਲ, ਨਾ ਕਿਸੇ ਉਹੋ ਜਿਹੇ ਫਰੈਂਡ ਸਰਕਲਸ ਦੇ ਨਾਲ, ਨਾ ਸੋਸ਼ਲ ਸਰਕਲਸ ਦੇ ਵਿੱਚ, ਫਿਰ ਹੋਏਗਾ ਕੀ? ਜਿਹਨੂੰ ਗੁਰੂ ਸਾਹਿਬ ਨੇ ਬਾਬਰ ਬਾਣੀ 'ਚ ਬਾਤ ਕੀਤੀ ਨਾ, ਜਿਹੜਾ ਅਸੀਂ ਸ਼ਬਦਾਂ ਨੂੰ ਪੜ੍ਹਦੇ ਹਾਂ, ਦੇਖੋ ਸਮਾਜ ਐਵੇਂ ਨਹੀਂ ਗਰਕ ਹੁੰਦਾ, ਸਮਾਜਾਂ ਦੇ ਗਰਕ ਹੋਣ ਦੇ ਪਿੱਛੇ ਪਰਿਵਾਰਾਂ ਦਾ ਗਰਕ ਹੋਣਾ ਖੜਾ ਹੁੰਦਾ। ਜਦੋਂ ਪਰਿਵਾਰਾਂ ਦੇ ਵਿੱਚ ਵੈਲਿਊਜ਼ ਨਹੀਂ ਰਹਿਣਗੀਆਂ, ਕਦਰਾਂ ਕੀਮਤਾਂ ਨਾ ਰਹਿਣਗੀਆਂ, ਇਹਦੇ ਬਾਬਤ ਤੁਸੀਂ ਬਜ਼ਾਤੇ ਖੁਦ ਪੜ੍ਹਨਾ ਹੋਏ, ਬਹੁਤ ਕਮਾਲ ਦਾ ਦਸਤਾਵੇਜ਼ ਆ ਪ੍ਰਿੰਸੀਪਲ ਤੇਜਾ ਸਿੰਘ ਜੀ ਦਾ ਘਰ ਦਾ ਪਿਆਰ। ਲੋਕੀ ਕਹਿੰਦੇ ਘਰ ਜਿਹੜਾ ਹੈ ਇਹ ਬਣਦਾ ਆ ਵਧੀਆ ਡੈਕੋਰੇਸ਼ਨਸ ਦੇ ਨਾਲ, ਵਧੀਆ ਕਿਸਮ ਦੇ ਐਕਸਟੀਰੀਅਰ ਡਿਜ਼ਾਈਨ ਹੋਣ, ਇੰਟੀਰੀਅਰ ਡਿਜ਼ਾਈਨ ਹੋਣ, ਵਧੀਆ ਉੱਥੇ ਪਰਦੇ ਲੱਗੇ ਹੋਣ, ਫਰਨੀਚਰ ਹੋਏ, ਸਾਜੋ ਸਮਾਨ ਹੋਏ, ਖਾਣ ਰਹਿਣ ਪਾਣ ਲਈ ਵਧੀਆ ਤੋਂ ਵਧੀਆ ਚੀਜ਼ਾਂ ਅਵੇਲੇਬਲ ਹੋਣ, ਇਹਦੇ ਨਾਲ ਘਰ ਬਣਦਾ ਆ। ਐਕਚੁਅਲ ਲੈਵਲ 'ਤੇ ਪ੍ਰਿੰਸੀਪਲ ਸਾਹਿਬ ਕਹਿੰਦੇ ਨਾ, ਘਰ ਇਹਦੇ ਨਾਲ ਨਹੀਂ ਬਣਦਾ। ਘਰ ਬਣਦਾ ਘਰ ਵਿੱਚ ਰਹਿਣ ਵਾਲੇ ਜੀਆਂ ਦੇ ਨਾਲ, ਜਦੋਂ ਉਹਨਾਂ ਦੇ ਵਿੱਚ ਇੱਕ ਦੂਜੇ ਦੇ ਪ੍ਰਤੀ ਸਨੇਹ ਹੈ, ਖਲੂਸ ਹੈ, ਮੁਹੱਬਤ ਹੈ, ਚਾਹ ਹੈ, ਇੱਛਾ ਹੈ, ਇੱਜ਼ਤ ਹੈ, ਮਾਣ ਹੈ, ਇੱਕ ਦੂਜੇ ਦੇ ਪ੍ਰਤੀ ਸਦਭਾਵਨਾ ਆ, ਹਾਰਮੋਨੀ, ਦੈਨ ਘਰ ਜਨਰੇਟ ਹੁੰਦਾ ਆ। ਇਹ ਸਾਰਾ ਵੈਲਿਊ ਬੇਸਡ ਆ। ਤੇ ਇਹਦੇ ਵਿੱਚ ਜਿਵੇਂ ਆਪਾਂ ਐਬਰੀਜਨਲਸ ਕਮਿਊਨਿਟੀ ਨੂੰ ਦੇਖਦੇ ਹਾਂ ਨਾ, ਇੱਥੇ ਮੈਂ ਇਹਨਾਂ ਦੇ ਕੁਝ ਚੀਜ਼ਾਂ ਪੜ੍ਹੀਆਂ, ਇਹਨਾਂ ਦੇ ਵਿੱਚ ਕਹਿੰਦੇ ਹੁੰਦੇ ਹਨ ਕਿ ਸਾਡੇ ਕਲਚਰ 'ਚ ਸਾਰਾ ਕੁਛ ਹੈ। ਗੁਰੂ ਬਾਬਾ ਜੀ, ਮੈਂ ਉਸ ਦਿਨ ਗੁਰੂ ਰਾਮਦਾਸ ਸਾਹਿਬ ਦੀ ਬਾਤ ਕਰ ਰਿਹਾ ਸੀਗਾ, ਗ੍ਰਸਤ ਜੀਵਨ ਨੂੰ ਸਮਝਾਉਂਦਿਆਂ ਮਹਾਰਾਜ ਨੇ ਕਿਹਾ ਕਿ ਪੂਤ ਕਾਹੇ ਕੋ ਝਗਰਤ ਹੋ ਸੰਗ ਬਾਪ, ਜਿਨ ਕੇ ਜਿਣੇ ਵਡੀਰੇ ਤੁਮ ਹੋ, ਤਿਨ ਸਿਓ ਝਗਰਤ ਪਾਪ। ਵਡੇਰਿਆਂ ਦੀ ਇੱਜ਼ਤ ਕਰਨੀ, ਮਾਣ ਕਰਨਾ, ਸਤਿਕਾਰ ਕਰਨਾ ਬੜਾ ਜ਼ਰੂਰੀ ਹੈ। ਕਾਰਨ ਕਿਉਂਕਿ ਜ਼ਿੰਦਗੀ ਦਾ ਤਜਰਬਾ ਉਹਨਾਂ ਦੇ ਕੋਲ, ਐਕਸਪੀਰੀਅੰਸ ਹੈ ਬੜਾ ਵੱਡਾ। ਇੱਥੇ ਜਦੋਂ ਖਾਸ ਕਰਕੇ ਐਬਰੀਜਨਲਸ ਕਮਿਊਨਿਟੀਜ਼ ਇੱਕ ਉਹ ਕੁਝ ਸਵੈਟ ਅਤੇ ਕੁਝ ਜਿਹੜੀਆਂ ਉਸ ਕਿਸਮ ਦੇ ਉਹ ਰਿਚੁਅਲਸ ਕਰਦੇ ਨੇ, ਜਿਹਦੇ 'ਚ ਸਮਝਿੰਗ ਵਗੈਰਾ ਹੁੰਦੀ ਉਹਨਾਂ ਦੀ, ਉਸ ਤਰੀਕੇ ਦੇ ਨਾਲ ਉਹਨਾਂ ਦੀ ਸੁਸਾਇਟੀ, ਉਹਨਾਂ ਦੀ ਫੈਮਿਲੀ ਅਤੇ ਸੋਸ਼ਲ ਸਪਿਰਿਚੁਅਲ ਸਾਈਡ ਦਾ ਇਹ ਪੱਕਾ ਪਰਮਾਨੈਂਟ ਇੱਕ ਪਾਰਟ ਆ। ਅਤੇ ਉਹਦੇ ਅੰਦਰ ਫਿਰ ਉਹਨਾਂ ਦੇ ਜਿਹੜੇ ਸਰਕਲ ਬਣਾਉਂਦੇ ਨੇ ਇਸ ਤਰੀਕੇ ਨਾਲ ਬੈਠਣ ਵਾਸਤੇ, ਸਰਕਲ ਦੇ ਵਿੱਚ ਵੀ ਜਿਹਦਾ ਪਲੇਸ ਆ ਉਹ ਬੜਾ ਰਿਜ਼ਰਵ ਹੁੰਦਾ ਵੀ ਇਹਦੇ ਐਵੇਂ ਬੈਠਣਾ ਹੈਗਾ। ਜਿੱਥੇ ਇੱਕ ਬੈਠਣਾ ਆ, ਸਪੋਜ਼ ਕਰੋ ਓਲਡ ਏਜਡ ਬੰਦੇ ਨੇ, 80-90 ਸਾਲ ਦੇ ਬਜ਼ੁਰਗ ਨੇ, ਉਹਦੇ ਬਿਲਕੁਲ ਸਾਹਮਣੇ, ਕਿਉਂਕਿ ਇੱਕ ਦੂਜੇ ਵੱਲ ਫਿਰ ਦੇਖਦੇ ਨੇ ਜਦੋਂ ਫੇਸ ਕਰਕੇ ਸਰਕਲ 'ਚ ਬੈਠੇ ਨੇ ਇਸ ਤਰੀਕੇ ਦੇ ਨਾਲ, ਉਹਦੇ ਇੱਕਦਮ ਸਾਹਮਣੇ ਸਭ ਤੋਂ ਛੋਟੇ ਬੱਚੇ ਨੂੰ ਪਰਿਵਾਰ ਦੇ ਨੂੰ ਬਿਠਾਇਆ ਜਾਏਗਾ। ਇਹਦਾ ਕੀ ਮਤਲਬ ਹੈ? ਉਹ ਕਹਿੰਦੇ ਦਾ ਮਤਲਬ ਇਹ ਹੈ ਕਿ ਉਸ ਬੱਚੇ ਨੂੰ ਇਹ ਦੱਸਿਆ ਜਾਏ ਕਿ ਇਹਦੀ ਰਿਸਪੈਕਟ ਕਰੀ, ਇਹਦੀ ਇੱਜ਼ਤ ਕਰੀ, ਕਿਉਂਕਿ ਇਹਦੇ ਕੋਲ ਐਕਸਪੀਰੀਅੰਸ ਹੈ। ਵੈਲਿਊਜ਼ ਟਰਾਂਸਫਰ ਹੋਣੀਆਂ ਚਾਹੀਦੀਆਂ ਨੇ ਇੱਥੋਂ ਇਸ ਤਰੀਕੇ ਦੇ ਨਾਲ, ਰੂਟਸ ਨਾਲ ਜੋੜਨਾ ਸਿਖਾਇਆ ਜਾਂਦਾ ਹੈ। ਇਸ ਰੂਪ ਦੇ ਵਿੱਚ ਸਾਡੇ ਘਰਾਂ ਵਿੱਚ ਇਹ ਬਾਤ ਰਹੀ, ਇਹ ਚੀਜ਼ ਰਹੀ, ਪਰ ਇਹ ਸਭ ਕਿਵੇਂ ਹੋ ਸਕਦਾ ਹੈ? ਜਿਵੇਂ ਅਸੀਂ ਦੇਖਦੇ ਹਾਂ ਨਿਊਕਲੀਅਰ ਫੈਮਲੀਜ਼, ਪੰਜਾਬ ਦੀ ਫਿਜ਼ਾਂ 'ਚ ਬਾਤ ਪਾਵਾਂ, ਨੋ ਡਾਊਟ ਜਿਹੜੇ ਪਰਿਵਾਰ ਖਾਸ ਕਰਕੇ ਵੱਡੇ ਪਰਿਵਾਰ ਨੇ, ਜਿਨ੍ਹਾਂ ਦੇ ਵਿੱਚ ਜਿਹੜੇ ਟਰਡੀਸ਼ਨਲ ਵੇ ਦੇ ਨਾਲ ਜੁਆਇੰਟ ਫੈਮਲੀਜ਼ ਚੱਲਦੀਆਂ ਨੇ, ਉਹਨਾਂ 'ਚ ਮੁਸ਼ਕਿਲਾਂ ਹੁੰਦੀਆਂ ਨੇ, ਬਹੁਤ ਮੁਸ਼ਕਿਲਾਂ ਹੁੰਦੀਆਂ, ਕਿਉਂਕਿ ਇੰਨੀਆਂ ਵੋਇਸਿਸ ਨੇ, ਬਹੁਤ ਸਾਰੀਆਂ ਵੋਇਸਿਸ ਅਨਹਰਡ ਰਹਿ ਜਾਂਦੀਆਂ ਨੇ, ਬਹੁਤ ਸਾਰੇ ਓਪੀਨੀਅਨ ਜਿਹੜੇ ਨੇ ਉਹਨਾਂ ਨੂੰ ਅਵੋਇਡ ਕਰ ਦਿੱਤਾ ਜਾਂਦਾ ਆ, ਉਹਨਾਂ ਨੂੰ ਸੁਣਿਆ ਨਹੀਂ ਜਾਂਦਾ। ਇੱਥੋਂ ਫਿਰ ਬਿਟਰਨੈਸ ਤੇ ਆਏਗੀ ਨਾ। ਮੈਂ ਪਹਿਲਾਂ ਬੇਨਤੀ ਕੀਤੀ, ਕੋਈ ਪਰਿਵਾਰਾਂ ਦੇ ਵਿੱਚ ਲੜਾਈ ਇੱਕ ਦੂਜੇ ਦੀ ਲੈਸ ਕੇਅਰ ਕਰਨ ਨਾਲ ਜਾਂ ਮੋਰ ਕੇਅਰ ਕਰਨ ਨਾਲ, ਪਿਆਰ ਇਹਦੇ ਨਾਲ ਨਹੀਂ ਵੱਧਦਾ। ਇੱਥੇ ਤੇ ਚੀਜ਼ਾਂ ਵੱਧਦੀਆਂ ਨੇ ਇੱਕ ਦੂਜੇ ਦੇ ਓਪੀਨੀਅਨ ਦੀ ਕੇਅਰ ਕੀਤੀਆਂ, ਇੱਕ ਦੂਜੇ ਦੀ ਵੋਇਸ ਨੂੰ ਹੀਅਰ ਕਰਨ ਦੇ ਨਾਲ, ਲਿਸਨ ਕਰਨ ਦੇ ਨਾਲ, ਅਟੈਂਡ ਕਰਨ ਦੇ ਨਾਲ, ਬੀਇੰਗ ਅ ਅਟੈਂਟਿਵ ਮੈਂਬਰ ਆਫ ਦਾ ਫੈਮਿਲੀ,
then we can actually have harmony in our families. मैं एक छोटी जी कहानी ਨੂੰ मैं बात करदा, फिर बैराग च अगली बात पा देना ਤੁਹਾਡੇ ਸਾਹਮਣੇ। ਉਹਦੇ 'ਚ है कि शायद आपने भी कितने पढ़ी सुनी होए, बहुत सारे बिबलीकल ते होर लिटरेचर जो है ਉਹਦੇ कई वर्जन ने डिफरेंट। मैं छोटा जिहा ਉਹਦਾ एग्जाम्पल कर देना मुख्तसर जिहा इन शॉर्टर वे। ਉਹ 'ਚ है कि एक राजे की बेटी है तो उसनों एक फार्मर जिहड़ा खेती करने वाला शख्स आ, ਉਹਦੇ बेटे नाल प्यार हो जाता। वो बेटी राजे नूं बड़े तरीके नाल समझाउंदी, दसदी कि मैं इहनूं लाइक करदी हाँ एंड आई रियली वांट टू गेट मैरिड। राजे ने उन्होंने बड़े चीज़ां कहा कि देख तू महलों च पली है, सब वो कहते नहीं, सब वो घर बार बड़ा वधिया, मैं देखा सब कुछ। राजे ने भी देखा, हाँ जिमींदार है, सब कुछ अवेलेबल है, कोई बात नहीं है, बाकी दी मर्जी है, खुश रहना चाहती, ठीक है ब्याह कर देना। ब्याह करता, वो बड़ी खुश है, जो ने चाहया मन पाउंदा वर मिल गया। वो फार्मर बड़ा खुश है, वाह मैनू मेरे सुपनियां दी रानी मिल गई है, सब चीज़ हो गई इस तरीके नाल। हुण कुछ समा पिया, जो समा पिया तो होया कि होया ये कि राजे ने नोटिस किया, वो फार्मर ने नोटिस किया कि उसकी वाइफ हुण पहली तरह हसती नहीं, पहली तरह उदा विहार नहीं रह गया, वो लगातार इस तरीके नाल होई जा रहा है। उन्हें सोचा भी ठीक है, फिर आखिरकार राजे की बेटी है, मैं कुछ होर एफर्ट पाना। उन्हें कुछ महंगिया ड्रैसिस लिया के उन्होंने दित्तियां, भी लै फड़ा पा लै। फिर भी वह जिहड़ा हैगा वो पहले वाली स्माइल नहीं रह गई वो चेहरे मोहरे ते। उन्हें कहा ठीक है, उसने की सोचा, उन्हें कहा शोध पेके कर इनू मिला लियो ना जाके। वो राजे घर जाके एक दोरी गेड़ा लगाया वापस, फिर वो सेम है। उन्हें कहा फिर ठीक है, इस तरह होना है, मैं ना एक्सट्रा मेहनत करके कोई वधिया वधिया फल फ्रूट सब्जियां खाण पाण का होर समान लैके आना, क्योंकि आखिरकार होर वधिया समान घर च होएगा, होर खुश होएगी। वो वधिया वैजीटेबल्स लैके आ रहा है, वो वधिया फ्रूट्स लैके आ रहा है, ग्रेन्स लैके आ रहा है, सब चीज़ां। बट डे बाई डे वो बिल्कुल ईवन होर वर्स हो जाता, वो बिल्कुल उहदे च कोई खुशी का एहसास नहीं रह गया। अखीर एक दिन वो बड़ा दुखी होंदा है, तो उन्होंने कोल बिठाउंदा, वो कहंदा भी enough is enough, I'm tired of now, I really want to ask you one thing, I think you're not happy. How can this true? Oh, कहंदा I have done everything, कहंदी I can see it that you're trying a lot, कहंदा मैं ड्रैसिस लियांदियां ने, मैं वैजीटेबल्स वध लियांदे ने, फ्रूट्स लियांदे ने, होर कोई फर्नीचर लियांदा, एवरीथिंग वट एवर आई थिंक आई कैन डू आई वॉज ट्राइंग बट स्टिल यू आर नॉट हैप्पी इन दैट वे। वो कहती ठीक है, बिल्कुल मैं खुश नहीं। वो कहते फिर आखिरकार बात की हुई है? वो कहती मैं भी सोच रही सी, सच्चाई ये है कि मैं राजे दी धी हाँ, खाण पाण रहन सहन जो कुछ बंदा सोच सकता है उस तो किते वध मैं हंडा लिया, मैं कपड़े पा ले, सब ये चीज़ां मैनूं बहुते मायने नहीं रखदियां। वो कहंदा अच्छा, कहंदे भी गल ये है कि मैं बड़े ध्यान नाल सोचिया तो मैनूं बात समझ ये आई कि क्योंकि जो मैं राज दरबार विच रहिंदी सी, उत्थे वक्त बा वक्त साडे दरबार दे विच बड़े बड़े स्कॉलर लोग आउंदे सीगे, बड़े बड़े डिफरेंट दानिशमंद आउंदे सीगे। उत्थे असीं बैठ के फिलोसफी दीयां गल्लां करदे सी, उत्थे असीं बैठ के कॉन्ग्रीगेशन करदे सी, मतलब ठहाके लगदे सी। असीं उत्थे बैठ के विचारां दा आदान प्रदान करदे सीगे, चंगेरे रहन सहन दीयां गल्लां लर्न, सब चीज़ां सब हुंदा सीगा। जदों दी मैं तेरे घर आई हाँ, बाकी सब कुछ तो मुयसर आ, पर वो ज्ञान, वो सोझी, वो दार्शनिकता, वो एक्सपीरियंस, वो शेयरिंग, वो सब कुछ खत्म हो गया। जीवन की असल खुशी सिर्फ पदार्थ विच नहीं है। पदार्थ सिर्फ तो सिर्फ कुछ समय का कंफर्ट तुहानूं प्रोवाइड कर सकता है, तुहानूं कुछ चीज़ां नाल इस तरीके दे नाल जिहड़ा हैगा
ਵਕਤੀ ਤੌਰ ਤੇ ਤੁਹਾਨੂੰ ਖੁਸ਼ਨੁਮਾ ਅਹਿਸਾਸ ਦਿਵਾ ਸਕਦਾ ਹੈ, ਪਰ ਇਨਡੀਡ ਲਿਟਰਲੀ ਤੌਰ ਤੇ ਤੁਸੀਂ ਜਦੋਂ ਆਪਣੀ, ਜਿਹਨੂੰ ਅੱਜ ਕੱਲ੍ਹ ਮਾਈਂਡਫੁਲਨੈਸ ਕਿਹਾ ਜਾਂਦਾ ਹੈ, ਬੀ ਮਾਈਂਡਫੁਲ ਫॉर एवरीथिंग, ਇਹ ਕਿੱਥੋਂ ਲਿਆਓਗੇ? ਮਾਈਂਡਫੁਲਨੈਸ ਵਾਸਤੇ ਕੋਈ ਇਹ ਤੇ ਹੈ ਨਹੀਂ ਕਿ ਬਾਹਰੋਂ ਤੁਸੀਂ ਕੁਝ ਸਾਜੋ ਸਮਾਨ ਚੁੱਕ ਕੇ ਮਾਈਂਡ 'ਚ ਪਾਈ ਜਾਓਗੇ ਤਾਂ ਹੋ ਜਾਏਗਾ। ਇਹ ਤੇ ਹੈ ਵਿਚਾਰ, ਖਿਆਲ, ਸੋਝੀ, ਸਮਝ। ਤੇ ਇਹ ਜੇ ਬੰਦਾ ਕਹੇ ਕਿ 2-4 ਕਿਤਾਬਾਂ ਪੜ੍ਹ ਲਾਂਗਾ, ਮੈਂ 2-4 ਬੰਦਿਆਂ ਨੂੰ ਸੁਣ ਲਵਾਂਗਾ, ਦੈਨ ਆਈ ਕੈਨ ਗੈਟ ਇਟ, ਇਸ ਤਰ੍ਹਾਂ ਹੁੰਦਾ ਤੇ ਦੁਨੀਆ ਦੀਆਂ ਜਿੰਨੀਆਂ ਵੱਡੀਆਂ ਵੱਡੀਆਂ ਲਾਇਬ੍ਰੇਰੀਜ਼ ਹੈਗੀਆਂ ਨੇ, ਤੁਹਾਨੂੰ ਲਾਇਬ੍ਰੇਰੀਅਨਸ ਰਨ ਕਰਨ ਵਾਲੇ ਲੋਕ ਆ, ਉਹ ਸਭ ਉਹ ਤੇ ਬਹੁਤ ਦਾਰਸ਼ਨਿਕ ਹੋ ਜਾਂਦੇ। ਨਹੀਂ, ਗੁਰੂ ਗ੍ਰੰਥ ਸਾਹਿਬ ਨੇ ਬਚਨ ਕਿਹਾ, ਪੜ੍ਹ ਪੜ੍ਹ ਗੱਡੀ ਲੱਦੀ ਹੈ, ਪੜ੍ਹ ਪੜ੍ਹ ਭਰੀਆ ਸਾਥ, ਪੜ੍ਹ ਪੜ੍ਹ ਬੇੜੀ ਪਾਈ ਹੈ, ਪੜ੍ਹ ਪੜ੍ਹ ਗੱਡੀ ਹੈ ਖਾਤ, ਪੜ੍ਹੀਆ ਜੇਤੇ ਬਰਸ ਬਰਸ, ਪੜ੍ਹੀਆ ਜੇਤੇ ਮਾਸ, ਪੜ੍ਹੀਆ ਜੇਤੀ ਆਰਜਾ, ਪੜ੍ਹੀਆ ਜੇਤੇ ਸਾਸ, ਨਾਨਕ ਲਿਖ ਹੈ ਇੱਕ ਗੱਲ, ਹੋਰ ਹਉਮੈ ਝਖਣਾ ਚਾਹ। ਜਾਂ ਹਉਮੈ ਹੈ ਜਾਂ ਝੱਖ ਮਾਰ ਰਿਹਾ ਬੰਦਾ। ਤੁਸੀਂ ਇਹ ਦੇਖ ਸਕਦੇ ਹੋ ਜ਼ਿੰਦਗੀ ਦੇ ਵਿੱਚ ਲੋਕਾਂ ਨੂੰ ਝੱਖ ਮਾਰਦਿਆਂ ਹੋਇਆ। ਲੋਕੀ ਲਿਟਰਲੀ ਤੌਰ ਤੇ ਕਹਿ ਦਿੰਦੇ ਨੇ, ਅਸੀਂ ਤੇ ਰਿਸ਼ਤਾ ਖਾਦਾ ਜੀ, ਬਸ ਇਹ ਤੇ ਬਸ ਭਾਰ ਢੋ ਰਹੇ ਹਾਂ। ਇਹ ਜੀਵਨ ਝੱਖ ਹੈ। ਹਉਮੈ, ਮੈਂ ਆ, ਦੂਸਰਾ ਦੂਸਰਾ ਆ, ਆਪਸ ਵਿੱਚ ਕੀ ਕਹਿਣ ਨੂੰ ਹੀ ਆ, ਅਸੀਂ ਐਜ਼ ਏ ਕਪਲ ਕਹਿਣ ਨੂੰ ਹੀ ਆ, ਅਸੀਂ ਦੋ ਇੰਡੀਵਿਜੂਅਲ ਇੱਕ ਰਾਹ ਤੇ ਤੁਰ ਰਹੇ, ਪਰ ਜਿਹੜੀ ਇੰਡੀਵਿਜੂਅਲਿਟੀ ਇਤਨੀ ਜ਼ਿਆਦਾ ਫੋਰਸਫੁਲੀ ਅੰਦਰ ਇਨਵੋਲਵ ਹੈ, ਉਹ 'ਚੋਂ ਬਾਹਰ ਨਿਕਲ ਹੀ ਨਹੀਂ ਪਾ ਰਹੇ। ਫਿਰ ਆਲੇ ਦੁਆਲੇ ਤੋਂ ਕੋਈ ਸਪੋਰਟ ਨਹੀਂ, ਸਮਝ ਨਹੀਂ, ਸੋਝੀ ਨਹੀਂ ਕਿਸੇ ਕਿਸਮ ਦੀ, ਨਾ ਉਹ ਦੇ ਪਾ ਰਹੇ, ਨਾ ਮੈਂ ਲੈ ਪਾ ਰਿਹਾ। ਅਜੀਬ ਹਾਲਤ ਹੈ। ਫਿਰ ਘਰ ਤੇ ਇੱਕ ਕੈਦਖਾਨਾ ਬਣ ਜਾਏਗਾ। ਜਿਹੜਾ ਵੈਸਟਰਨਾਈਜ਼ ਕਲਚਰ ਹੈ ਨਾ, ਕੋਵਿਡ-19 ਨੇ ਬਹੁਤ ਕੁਝ ਬਾਹਰ ਲਿਆਂਦਾ ਕੱਢ ਕੇ। ਜਿਹਨੂੰ ਲੋਕੀ ਘਰ ਕਹਿੰਦੇ ਸੀਗੇ, ਘਰ ਮੀਨ ਮੈਰਿਡ ਲਾਈਫ, ਘਰ ਮੀਨ ਅ ਫੈਮਿਲੀ ਲਾਈਫ। what is happening or what was happening actually, which COVID-19 situation has revealed properly, that is people were living in escapism. escape ਹੋ ਰਹੇ ਸੀ, ਭੱਜ ਰਹੇ ਸੀ। ਘਰ ਸਿਰਫ ਸੌਣ ਲਈ ਆਉਣਾ ਆ, ਖਾਣਾ ਵੀ ਬਾਹਰੋਂ ਆ, ਫਨ ਵੀ ਬਾਹਰ ਹੀ ਹੈ, ਹਰ ਚੀਜ਼ ਬਾਹਰ ਹੋ ਰਹੀ, ਦੌੜ ਰਿਹਾ ਬੰਦਾ। ਇਸ ਕਰਕੇ ਜਸਟ ਉਹ ਤੇ ਇਸ ਰੂਪ ਦੇ ਵਿੱਚ ਆ। ਜਿਵੇਂ ਹੀ ਉਹਨਾਂ ਨੇ ਇੱਕ ਬਾਕਸ 'ਚ ਵਾਪਸ ਪਾਇਆ ਤੇ ਬਹੁਤ ਮੋਸਟਲੀ ਨੂੰ ਪਤਾ ਲੱਗਾ ਵੀ ਉਹ ਐਕਚੁਅਲ ਲੈਵਲ ਤੇ ਅਸੀਂ ਤੇ ਫਿੱਟ ਹੀ ਨਹੀਂ ਹੋ ਗਏ ਇਹਦੇ 'ਚ, ਇਹ ਤੇ ਅਨਫਿਟ ਆ ਸਾਰਾ ਕੁਛ। ਕਿਉਂਕਿ ਇੱਕ ਦੂਜੇ ਨੂੰ ਸਹਿਣਾ, ਜਰਨਾ, ਡੋਮੈਸਟਿਕ ਇਨਵਾਇਰਮੈਂਟ ਦੀ ਹਾਲਤ, ਅਜੇ ਤੇ ਸਟੱਡੀਜ਼ ਆਉਣੀਆਂ ਨੇ ਸਾਰੀਆਂ। ਜੇਕਰ ਤੁਸੀਂ ਸਿਰਫ ਡਾਟਾ ਹੀ ਲਗਾਓ ਨਾ, ਜਿਹਦੇ ਵਿੱਚ ਡੋਮੈਸਟਿਕ ਵਾਇਲੈਂਸ ਹੋਈ, ਡੋਮੈਸਟਿਕ ਇਨਵਾਇਰਮੈਂਟ ਬਹੁਤ ਜ਼ਿਆਦਾ ਮੈਸਿਵ ਲੈਵਲ ਤੇ ਚਲਾ ਗਿਆ ਤੇ 911 ਕਾਲਸ ਨੇ, ਉਹੀ ਡਾਟਾ ਦੇਖੋ ਕਿੰਨਾ ਡਰਾਉਣਾ ਹੈਗਾ। ਸੋ ਸਾਰੇ ਦੇ ਵਿੱਚ ਰਾਗ ਮਲਾਪ ਦਾ ਨਾਂ ਆ, ਪਰ ਮਲਾਪ ਜਿਹੜਾ ਆ ਇੱਕ ਤੇ ਲਿਟਰਲੀ ਤੌਰ ਤੇ ਮਲਾਪ ਹੈ। ਮੈਨੂੰ ਹੋਰ ਇਸ ਤਰ੍ਹਾਂ ਬਿਆਨ ਕਰ ਦੇਣਾ, ਬਹੁਤ ਸ਼ਾਇਰਾਨਾ ਅੰਦਾਜ਼ ਵਿੱਚ ਕਿਸੇ ਸੱਜਣ ਨੇ ਕਿਹਾ ਸੀਗਾ। ਉਹ ਕਹਿੰਦਾ ਹੈ ਕਿ यूं तपाक से गले मत मिला करो, ये शहर है अज़ब इत्तफाक का, जरा फासले से मिला करो। मतलब हर वक्त बंदा गलवकड़ी पा के तो नहीं रह सकता ना। गलवकड़ी पा के कितनी देर रहोगे? घड़ी पल 10 पल थक जाओगे, शरीर ही सड़ांद मारन लग जाएगा। फासले तो रहणगे, तो उन्हां फासलियां दे दरमियान लोग भी आउणगे, फैमिली मैंबर्स भी आउणगे। मैं मैटाफोर के तौर पर बात कर रहा, बट एक्चुअल लैवल ते ਜਿਹੜੀਆਂ ਤੁਹਾਡੀਆਂ ਰਿਸਪੌਂਸਿਬਿਲਟੀਜ਼ ਨੇ टूवर्ड एक्सटेंडेड फैमिलीज, टूवर्ड योर सर्कल्स, फ्रेंड सर्कल, सोशल सर्कल, कम्यूनिटी सर्कल्स, इत्थों ही सारी मुफाद खड़ा होंदा सारा दा सारा। सो बाबा जी इज गिविंग मैसेज ऑन द फर्स्ट डे ऑफ दैट मैरिज, व्हेन द मैरिज इज हैपनिंग। बाबा जी सेइंग हर तीजड़ी लाओ मन चाओ पया, ये भी चाह मन विच लैके जाओ। बैरागिया बलराम जीओ, मैं बैरागी होना है। अपने तो उपर उठ के दूजियां दी कदर करनी है, बैराग है। दूजियां नूं उन्ना ही मान एहतराम देना। इनू लिटरली तौर पर कह के वाइंड अप कर देना वा। इस तरह जानो
ਕਿ ਜਿਹੜੇ ਰਿਸ਼ਤੇ ਇੱਥੋਂ ਤੱਕ ਲੈ ਕੇ ਆਏ ਨੇ ਉਹਨਾਂ ਰਿਸ਼ਤਿਆਂ ਦਾ ਮਾਣ ਸਤਿਕਾਰ ਕਰਨਾ। ਵੈਸੇ ਵਰਡ ਇੰਗਲਿਸ਼ ਵਿੱਚ ਬੜਾ ਵੱਖਰਾ ਯੂਜ਼ ਕੀਤਾ ਜਾਂਦਾ ਆ, ਮਦਰ ਇਨ ਲਾ, ਫਾਦਰ ਇਨ ਲਾ, ਬ੍ਰਦਰ ਇਨ ਲਾ, ਸਿਸਟਰ ਇਨ ਲਾ। ਇਨ ਲਾਜ਼ ਮੀਨ ਮਤਲਬ ਇੱਕ ਅਸੂਲਨ ਪੱਖ ਤੋਂ, ਅਸੀਂ ਕਾਨੂੰਨ ਕਹਿੰਦੇ ਵੀ ਅਸੂਲਨ ਪੱਖ ਤੋਂ ਇਹ ਮੇਰਾ ਸਹੁਰਾ, ਜਿਹਨੂੰ ਪਿਤਾ ਕਹਿ ਲਓ, ਇਹ ਮੇਰੀ ਮਾਂ, ਸੱਸ ਕਹਿ ਲਓ, ਇਸ ਰੂਪ ਵਿੱਚ ਬਾਤ ਆਈ ਸਾਰੀ। ਇਹ ਸਾਰੀਆਂ ਚੀਜ਼ਾਂ ਇਸ ਰੂਪ ਵਿੱਚ ਲਿਆਂਦੀਆਂ ਗਈਆਂ, ਪਰ ਇਨਡੀਡ ਕੀ ਹੈ, ਇਹ ਸਾਰੀਆਂ ਰਿਸਪੌਂਸਿਬਿਲਿਟੀਜ਼ ਨੇ ਮੇਰੇ ਵਾਸਤੇ। ਤੇ ਇਹ ਤਾਂ ਹੋ ਪਾਏਗਾ ਜੇ ਮੈਂ ਸਪਿਰਿਚੁਅਲੀ ਬਹੁਤ ਸਟਰੋਂਗ ਆ, ਜੇ ਮੈਨੂੰ ਕੁਝ ਕਰਤਾਰੀ ਕੁਦਰਤ ਦਾ ਇਹਤਰਾਮ ਆ, ਤੇ ਮੈਂ ਸਭ ਦੇ ਵਿੱਚ ਉਸ ਰੱਬ ਦੀ ਜੋਤ, ਇਹ ਸਾਰੇ ਨੂੰ ਇੱਕ ਉਹਦੀ ਗਿਫਟ ਦੇ ਤੌਰ ਤੇ ਦੇਖ ਰਿਹਾ ਵਾਂ। ਫਿਰ ਬਣੇਗਾ ਇਹ ਬਾਤ ਹੈ, ਮਨ ਚਾਉ ਪਿਆ ਬੈਰਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ, ਵੱਡ ਭਾਗੀਆ ਬਲਰਾਮ ਜੀਓ, ਸੰਤ ਜਨਾ ਹਰ ਮੇਲ ਹਰ ਪਾਇਆ। ਗੁਰਬਾਣੀ ਦੇ ਵਿੱਚ ਨਾ ਤੇ ਨਿੱਜੀ ਤੌਰ ਤੇ ਕੋਈ ਸੈਲਵੇਸ਼ਨ ਮੁਕਤੀ ਹੈ, ਨਾ ਨਿੱਜੀ ਤੌਰ ਤੇ ਕੋਈ ਖੁਸ਼ੀ ਹੈ। ਸਾਹਿਬ ਨੇ ਤੇ ਸਮੂਹਕ ਮੁਕਤੀ ਦੀ ਗੱਲ ਕੀਤੀ ਹੈ, ਤੇ ਸਮੂਹ ਦੀ ਖੁਸ਼ੀ ਦੀ ਗੱਲ ਕੀਤੀ ਹੈ। ਨਾ ਨਿਜ ਦਾ ਭਲਾ ਆ, ਨਾ ਨਿਜ ਦੀ ਕੁਝ ਪ੍ਰਾਪਤੀ ਹੈ। ਤੇ ਪ੍ਰਾਪਤੀ ਹੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ। ਸਭ ਦੇ ਭਲੇ 'ਚ ਮੇਰਾ ਭਲਾ ਆ, ਸਭ ਦੀ ਖੁਸ਼ੀ 'ਚ ਮੇਰੀ ਖੁਸ਼ੀ ਹੈ। ਐਕਚੁਅਲੀ ਇਸ ਪਾਸੇ ਵੱਧਦੀ ਗੱਲ ਹੈ ਸਾਰੇ ਦੀ ਸਾਰੀ। ਇਸ ਪੂਰੀ ਲਾਮ ਦੀ ਪੰਕਤੀ ਬਾ ਪੰਕਤੀ, ਵਰਡ ਬਾਏ ਵਰਡ ਅਸੀਂ ਵਿਆਖਿਆਵਾਂ ਦੀ ਗੱਲ ਕਰਨ ਦਾ ਯਤਨ ਕਰਾਂਗੇ। ਅੱਜ ਵਾਸਤੇ ਇੱਥੇ ਸਮਾਪਤੀ ਹੈ। ਇੱਕ ਵਾਰ ਫਿਰ ਉਹਨਾਂ ਕਿਸਾਨ ਵੀਰ ਭੈਣ ਭਰਾਵਾਂ ਵਾਸਤੇ ਸਾਡੀ ਦਿਲੀ ਅਰਦਾਸ ਹੈ, ਮਾਲਕ ਉਹਨਾਂ ਨੂੰ ਚੜ੍ਹਦੀ ਕਲਾ ਦੇਵੇ। ਉਹਨਾਂ ਨੇ ਇੱਕ ਵਾਰ ਫਿਰ ਆਪਣੇ ਸੰਘਰਸ਼ ਨੂੰ ਪੈਰਾਂ ਸਿਰ ਕੀਤਾ ਆ, ਐਫਰਟ ਪਾਈ ਹੈ। ਬਸ ਇਹੀ ਹੈ ਕਿ ਜਿਹੜੀ ਬੁਰਛਾਗਰਦੀ ਪਿੱਛੇ ਹੋ ਹਟੀ, ਸਭ ਉਸ ਰੂਪ ਦੇ ਵਿੱਚ ਜਿਹੜਾ ਉਹ ਸਭ ਜਿਹੜਾ ਚੀਜ਼ਾਂ ਨੇ ਤੋਂ ਪਰਹੇਜ਼ਗਾਰ ਹੋਇਆ ਜਾਏ। ਸਿੱਧੇ ਤੌਰ ਤੇ ਜਿਹੜਾ ਏਮ ਆ, ਨਿਸ਼ਾਨਾ ਆ ਵੱਡੇ ਤੌਰ ਤੇ, ਉਹਦੇ ਵੱਲ ਧਿਆਨ ਦਿੱਤਾ ਜਾਏ। ਐਨਰਜੀ ਨੂੰ ਸੱਜੇ ਖੱਬੇ ਕਿਸੇ ਤਰੀਕੇ ਦੇ ਨਾਲ ਵੀ ਡਾਈਵਰਟ ਨਾ ਕੀਤਾ ਜਾਏ। ਇਹ ਸਭ ਜਿੰਨੀਆਂ ਐਫਰਟਸ ਅਸੀਂ ਪਾ ਰਹੇ ਹਾਂ, ਕਿਸੇ ਚੀਜ਼ ਨੂੰ ਡਿਫਾਈਨ ਕਰਨ ਵਾਸਤੇ, ਕਿਸੇ ਚੀਜ਼ ਨੂੰ ਸਿੱਧ ਕਰਨ ਵਾਸਤੇ, ਐਕਸਪਲੇਨ ਕਰਨ ਵਾਸਤੇ, ਸਭ ਚੀਜ਼ਾਂ, ਇਹ ਸਭ ਐਨਰਜੀ ਵੇਸਟਿੰਗ ਆ। ਇਹ ਸਾਰੇ ਤੋਂ ਟਾਈਮ ਨਾ ਵੇਸਟ ਕਰਦੇ ਹੋਏ ਫੋਕਸ ਇੱਕ ਪਾਸੇ ਰੱਖੀਏ, ਹੌਸਲਾ ਦਈਏ, ਕਿਉਂਕਿ ਇਹ ਚੀਜ਼ਾਂ, ਇਸ ਜਿਹੜਾ ਲਾ ਆਫ ਲੈਂਡ ਹੁੰਦਾ ਉਹਦੇ ਮੁਤਾਬਕ ਚੀਜ਼ਾਂ ਚੱਲਦੀਆਂ। ਉਹਦੇ ਵਿੱਚ ਜਿੰਨਾ ਰੂਮ ਮਿਲਦਾ, ਉਸ ਰੂਮ ਨੂੰ ਪ੍ਰਾਪਤ ਕਰਕੇ ਹੀ ਅੱਗੇ ਅੱਗੇ ਸੰਘਰਸ਼ ਜਿਹੜੇ ਨੇ ਧਰਤੀ ਤੇ ਮਨੁੱਖ ਤੇ ਮਨੁੱਖਾਂ ਦੇ ਸਮਾਜ ਵਿੱਢਦੇ ਨੇ। ਇਸ ਕਿਸਮ ਦੇ ਅਹਿਸਾਸ ਨੂੰ ਸੁਰਤ 'ਚ ਰੱਖੀਏ। ਮਾਲਕ ਚੜ੍ਹਦੀ ਕਲਾ ਦੇਵੇ ਸਾਡੇ ਸਮਾਜ ਨੂੰ ਤੇ ਸਾਡੇ ਉਹਨਾਂ ਵੀਰ ਭੈਣ ਭਰਾਵਾਂ ਨੂੰ ਜਿਹੜੇ ਸੰਘਰਸ਼ ਕਰ ਰਹੇ ਨੇ। ਇੱਥੇ ਸਮਾਪਤੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।